इन्होंने मेरे बेटे को जला दिया, मेरे ससुराल वालों ने। ਇਹ ਕੱਪੜੇ ਵਲੇਟ ਕੇ ਨਾ ਆਪਣੇ ਉਹਦੇ ਵਿੱਚ ਪੁੱਤਰ ਤੇ ਜ਼ਾਬ ਸੀ ਜਾਂਦਿਆਂ ਸਾਰੇ ਨੇ ਟੱਕ ਟੱਕ ਮੁੰਡੇ ਦੀ ਲੱਤ ਨੂੰ ਲਾ ਕੇ ਕਦਸ ਜਰੀ ਐਸ ਵਾਸ਼ਰੂਮ ਚ ਆਈ ਹੈ ਇੱਕ ਦਫਾ ਆਈ ਹੈ ਫੇਰ ਆਈ ਹੈ ਫੇਰ ਤਿੰਨ ਦਫਾ ਆਈ ਹੈ ਵਾਸ਼ਰੂਮ ਦੇ ਵਿੱਚ ਫੋਨ ਕਰਨ ਵਾਸਤੇ ਕਿ ਮੈਂ ਉਹਨੂੰ ਲੱਗੀ ਆ ਬਾਹਰ ਭੇਜਣ ਇਹਨੇ ਨਲਕਾ ਛੱਡਿਆ ਆਵਾਜ਼ ਇਹਦੀ ਆ ਰਹੀ ਹੈ फोन दी। ये नहीं कहा कि मेरी तबीयत ख़राब है तो आप मुझे दवाई लेके दे दें। मैंने कहा रात के टाइम वो फ्री होंगे, रात के टाइम में वो बैठ जाएंगे तो उनसे बात कर लें। मेरे शरीर दर्द हो रही है कि बाहर यार जो खलोते थे मेरे पुत्र नु पढ़न वास्ते मरवाना पुत्र तो चाहती सी कि भरा नाल यारी ओने लाई सी। मरवाने का किसी का भी प्लान नहीं था। नींद या गोलियां खुआने का मकसद की से वो पुत्र है मसला सी कि ਅਸੀਂ टाइम ते सो जाइए ए जिन्नू मर्जी वारे ते जिन्नू मर्जी कटे। अस्सलाम वालेकुम नाज़रीन, मैं हूं एडी मलिक और मैं एक इंतहाई बदकिस्मत घर और बदकिस्मत वालदैन के साथ मौजूद हूं। कल आपने मेरी स्टोरी देखी थी, एक मुलज़मा जिसका नाम मुक़द्दस था और उसने एक ऐसे पाक रिश्ते के तक़द्दुस को न सिर्फ पामाल किया बल्कि उस रिश्ते की धज्जियाँ भी उसने बखेर दी और बड़ी बेशर्मी के साथ उसने हर हद को क्रॉस किया और फिर उसके बाद अपने ही कुछ जो जिनके साथ उसके नाजायज़ ताल्लुकात थे उन लोगों के हाथों अपने शोहर को कत्ल करवा दिया। मेरे साथ मकतूल एहसन की वालिदा और वालिद मौजूद हैं, उनसे जानते हैं कि उस दिन आखिरकार क्या हुआ था कि आपका बेटा हमेशा के लिए दुनिया फ़ानी से कूच कर गया। माँ जी मुझे बताएं कि एहसन उस वक़्त कहाँ पे था जब ये सारा वाक़या हुआ था? एहसन कमरे में था, मैं भी कमरे में थी। मैं कमरे च था ना ਉਹਦਾ ਬੱਚਾ ਚੱਲਿਆ ਸੀ ਮੈਂ ਕਿਹਾ ਉਹਦੀ ਆਵਾਜ਼ ਵੀ ਬਹਿ ਚੁੱਕੀ ਸੀ ਆਪਣੇ ਬੱਚੇ ਨੂੰ ਅੱਲਾਹੁ ਅੱਲਾਹੁ ਕਰਦਿਆਂ ਉਹਦੀ ਆਵਾਜ਼ ਵੀ ਬਹਿ ਚੁੱਕੀ ਸੀ। ਮੈਂ ਵੀ ਕਮਰੇ 'ਚ ਮੈਂ ਤੋਂ ਉੱਠ ਕੇ ਗਈ ਮੈਂ ਕਿਹਾ ਗਈਆਂ ਤੇ ਪੱਟੀ ਕੀਤੀ ਨੇ ਤੇ ਮੈਂ ਵੀ ਚੁੱਪ ਕਰਾਇਆ ਥੋੜਾ ਕੁ ਖੇਲਣ ਲੱਗ ਪਿਆ। ਉਸ ਤੋਂ ਬਾਅਦ ਕਹਿੰਦੀ ਆ ਜਾ ਅੰਮੀ ਤੂੰ ਵੀ ਸੋ ਜਾ ਹੁਣ ਜਾ ਕੇ ਇਹ ਖੇਲਣ ਲੱਗ ਪਿਆ ਜਾ ਲੇਟ ਜਾ ਕੇ ਉਹ ਤੀ ਕਹਿੰਦੀ ਮੈਨੂੰ ਜਾ ਲੇਟ ਜਾ। ਮੈਂ ਆ ਗਏ ਨਾ ਇੱਥੇ ਹੀ ਸਾਡੀਆਂ ਮੰਜੀਆਂ ਸੀ ਇਹਨਾਂ ਦੀ ਵੀ ਤੇ ਮੇਰੀ ਵੀ। ਮੈਂ ਆ ਕੇ ਨਾ ਲੇਟ ਗਈਆਂ, ਮੈਨੂੰ ਨੀਂਦ ਨਹੀਂ ਆ ਰਹੀ, ਨੀਂਦ ਆ ਹੀ ਨਹੀਂ ਰਹੀ। ਮੈਂ ਕਿਹਾ ਸਰਗੀ ਹੋ ਜਾਣੀ ਹੈ, ਨੀਂਦ ਨਹੀਂ ਆ ਰਹੀ ਮੈਨੂੰ। ਇੰਨੀ ਦੇਰ ਨੂੰ ਨਾ ਕਦਸ ਜਰੀ ਐਸ ਵਾਸ਼ਰੂਮ 'ਚ ਆਈ ਹੈ ਇੱਕ ਦਫਾ ਆਈ ਹੈ ਫੇਰ ਆਈ ਹੈ ਫੇਰ ਤਿੰਨ ਦਫਾ ਆਈ ਹੈ ਵਾਸ਼ਰੂਮ ਦੇ ਵਿੱਚ ਫੋਨ ਕਰਨ ਵਾਸਤੇ ਕਿ ਮੈਂ ਉਹਨੂੰ ਲੱਗੀ ਹਾਂ ਬਾਹਰ ਭੇਜਣ। ਹੁਣ ਮੈਂ ਬਾਹਰ ਭੇਜਣ ਲੱਗੀ ਹਾਂ, ਪਹਿਲੇ ਆਈ ਹੈ ਕਿਤੇ ਉਹਨੂੰ ਬੁਲਾਇਆ ਸੀ ਉਹਨਾਂ ਨੂੰ। ਉਸ ਤੋਂ ਕਾਫੀ ਦੇਰ ਬਾਅਦ ਫਿਰ ਵਾਸ਼ਰੂਮ 'ਚ ਆਈ ਹੈ ਫਿਰ ਆਈ ਹੈ ਦੋ ਦਫਾ। ਪਹਿਲੇ ਇੱਕ ਦਫਾ ਆਈ ਹੈ ਤੇ ਉਹਨਾਂ ਨੇ ਮੇਰਾ ਹਾਲੇ ਇਹਨੇ ਫੋਨ ਕੀਤਾ ਹੈ ਕਿਹਨਾਂ ਨੂੰ ਰਾਬਤਾ ਕਰਦੀ ਪਿਛਲੀ ਵਾਰ ਕਿਹਨਾਂ ਨੂੰ ਕਹਿ ਰਹੀ ਸੀ ਇਹ ਜਿਹੜਾ ਇਹਦਾ ਭਰਾ ਉਹ ਬਾਂਦਰ ਦੀ ਸ਼ਕਲ ਵਾਲਾ ਉੱਥੇ ਹੈਗਾ ਹੈ ਨਾ ਉਹ ਸੀ। ਉਸ ਤੋਂ ਫਿਰ ਮੈਂ ਕਿਹਾ ਖੈਰ ਹੈ ਮੁਕੱਦਸ ਤੂੰ ਵਾਸ਼ਰੂਮ 'ਚ ਆਈ ਹੈ। ਇਹਨੇ ਨਲਕਾ ਛੱਡਿਆ ਆਵਾਜ਼ ਇਹਦੀ ਆ ਰਹੀ ਹੈ ਫੋਨ ਦੀ ਗੱਲਾਂ ਦੀ ਆਵਾਜ਼ ਆ ਰਹੀ ਹੈ ਮੈਨੂੰ ਤੇ ਮੈਂ ਕਿਹਾ ਸ਼ਾਇਦ ਤੇ ਮੇਰਾ ਭੁਲੇਖਾ ਹੈ। ਮੈਂ ਆ ਕੇ ਨਾ ਫਿਰ ਇੱਥੇ ਲੇਟ ਗਈਆਂ ਫਿਰ ਦੁਬਾਰਾ ਆਈ ਹੈ ਵਾਸ਼ਰੂਮ 'ਚ ਕਿ ਬਈ ਮੈਂ ਹੁਣ ਉਹਨੂੰ ਭੇਜਣ ਲੱਗੀ ਹਾਂ। ਇੱਥੇ ਇਹਨਾਂ ਦੇ ਅੱਬੂ ਦੀ ਮੰਜੀ ਹੈ ਤੇ ਮੈਂ ਮੋਬਾਈਲ ਲੈ ਕੇ ਚੱਲਿਆ ਹੈ ਐਸਨ ਮੋਬਾਈਲ ਲੈ ਆਸ ਨਾ। ਮੈਂ ਕਿਹਾ ਪੁੱਤਰ ਹੁਣ ਸੋਇਆ ਤੂੰ? ਉਹ ਮੋਬਾਈਲ ਕਹਿੰਦਾ ਅੰਮੀ ਮੈਂ ਥੋੜੀ ਦੇਰ ਵਾਸਤੇ ਮੋਬਾਈਲ ਦੇਖ ਲਵਾਂ ਨਾ ਫਿਰ ਮੈਨੂੰ ਨੀਂਦ ਆ ਜਾਏਗੀ ਮੈਂ ਸੋ ਜਾਵਾਂਗਾ। ਉਹ ਅੰਦਰੋਂ ਕੀ ਕਹਿ ਰਹੀ ਹੈ ਉਹਨੂੰ, ਉਹ ਸੋਫੇ ਤੇ ਲੇਟ ਗਿਆ, ਉਹਨੂੰ ਕਹਿੰਦੀ ਹੈ ਜਾ ਤੂੰ ਲੈ ਕੇ ਆ ਮੇਰੀ ਪੇਟ ਦਰਦ ਦੀ ਦਵਾਈ ਲੈ ਕੇ ਆ। ਮੈਂ ਤੈਨੂੰ ਕਹਿ ਰਹੀ ਹਾਂ। ਉਹ ਕਹਿੰਦਾ ਮੈਂ ਥੋੜੀ ਦੇਰ ਬਾਅਦ ਮੁਕੱਦਸ ਜਾਣਾ ਵਾ, ਥੋੜੀ ਦੇਰ ਨੂੰ ਮੈਂ ਜਾਣਾ। नहीं मेरे शरीर दर्द हो रही है, मेरे शरीर दर्द हो रही है कि बाहर यार जो खलोते थे मेरे पुत्र नु पढ़न वास्ते कहते मैंने शरीर दर्द हो रही है तो जाके ना तो मेरी दवाई लैके आ। उन्होंने कहती है कि मैं स्टोर से उन्होंने भेज दिता, उन्हें वो स्टोर से वेख्या इधर स्टोर से वेख्या। उस तो बाद उन्होंने कहती है जकल दे इस रंग दे ने कपड़े पाए उन्हें मसीह के कोल ही उन्होंने गोलियां मार दी मेरे बच्चे नू। किसी ने आके दरवाजा खड़काया, मैं उठी आके मैं क्या कौन है जी सोती कहते ना सन गोलियां बज गई उठन मैनू तो दीन दुनिया ही भुल गई। मेरे बच्चे क्यों ऐसा नू मरवाना क्यों चाहती सी? मरवाना पुੱਤਰ तो चाहती सी कि भरा नाल यारी ਉਹਨੇ ਲਾਈ ਸੀ। ਉਹ ਜਿਹੜਾ ਅਸਲ ਭਰਾ ਸੀ ਉਹਦਾ ਸਕੇ ਭਰਾ ਦੇ ਨਾਲ ਸਕਾ ਭਰਾ ਜਿਹਦਾ ਕੋਈ ਇਹਨਾਂ ਨੇ ਲੈ ਕੇ ਪਾਲੀ ਸੀ ਨਾ ਉਹ
ਭਰਾ ਸੀ ਇਹਦਾ। ਮੇਰੀ ਭੈਣ, ਤੁਹਾਡੀ ਸਕੀ ਭੈਣ ਹੈ? ਸਕੀ ਭੈਣ ਨੇ ਮੇਰੇ ਨਾਲ ਮੇਰਾ ਪੁੱਤਰ ਮਰਵਾ ਦਿੱਤਾ। ਥੋੜਾ ਬਹੁਤਾ ਤੇ ਧੀ ਪੁੱਤਰ ਦਾ ਪਤਾ ਹੁੰਦਾ ਹੀ ਹੈ ਨਾ ਘਰ, ਕਿ ਨਹੀਂ? ਪਹਿਲੇ ਵੀ ਕੋਈ ਹਮਲਾ ਹੋਇਆ ਸੀ ਐਸਨ ਤੇ? ਐਸਾ ਤੇ ਹਮਲਾ ਹੋਇਆ ਸੀ ਤੇ ਉਦੋਂ ਨਹੀਂ ਸੀ ਪਤਾ ਚੱਲਿਆ ਕਿ ਜੀ ਉਦੋਂ ਇਹਨੂੰ ਨਹੀਂ ਕਿਹਨੇ ਪੁੱਤਰ ਪਤਾ ਚੱਲਿਆ, ਉਦੋਂ ਵੀ ਮੁਸਕਰਾਉਂਦੀ ਰਹਿੰਦੀ ਸੀ, ਨਹੀਂ ਸੀ ਪਤਾ ਚੱਲਿਆ। ਉਦੋਂ ਵੀ ਇੰਨੇ ਹੀ ਮਰਵਾਈਆਂ ਸੀ ਗੋਲੀਆਂ। ਇਹ ਹੁਣ ਬਕੀ ਹੈ ਨਾ ਕਿ ਮੈਂ ਹੀ ਮਰਵਾਈਆਂ ਸੀ, ਸਾਨੂੰ ਉਦੋਂ ਵੀ ਨਹੀਂ ਪਤਾ ਚੱਲਿਆ। ਅੱਛਾ, ਮੁਕੱਦਸ ਹੈ ਕਹਿੰਦੀ ਹੈ ਕਿ ਮੇਰੇ ਬੇਟੇ ਨੂੰ ਸਾੜਿਆ ਸੀ ਮੇਰੀ ਜਿਹੜੀ ਜਠਾਣੀ ਹੈ, ਇਹ ਨਹੀਂ ਵਾਕਿਆ ਪੁੱਤਰ, ਸਹੀ ਉਹਨੇ ਹੈ? ਨਹੀਂ ਸਾਰਿਆ। ਇੱਥੇ ਅਸੀਂ ਬੈਠੇ ਆ ਨਾ, ਇਹ ਬਿਮਾਰ ਹੈ। ਮੈਂ ਕਿਹਾ ਤੇਰੇ ਅੰਕਲ ਕਹਿਣਗੇ ਮੇਰਾ ਪਤਾ ਵੀ ਨਹੀਂ ਕਰਨ ਆਈ, ਮੈਂ ਥੱਲੇ ਵਾਂ ਕਿਦੋਂ ਦਾ। ਤੇ ਮੈਂ ਕਿਹਾ ਮੈਂ ਜਾਨੀ ਆ, ਮੈਂ ਪਤਾ ਕਰਕੇ ਆਨੀ ਆ ਉਹਨਾਂ ਦਾ ਕਿ ਕੀ ਹਾਲ ਹੈ ਉਹਨਾਂ ਦਾ। ਮੈਂ ਆਈ ਆ ਥੱਲੇ, ਇੰਝ ਹੀ ਕੁਰਸੀ ਹੈ ਤੇ ਇੰਝ ਮੰਜੀ ਹੈ, ਮੈਂ ਬੈਠ ਗਈ ਆ ਮੰਜੀ ਤੇ, ਕੁਰਸੀ ਤੇ ਮੈਂ ਪੁੱਛਣ ਲੱਗ ਪਈ ਆ। ਤੇ ਇਹ ਜਦੋਂ ਨਾ ਇਹ ਕੱਪੜੇ ਵਲੇਟ ਕੇ ਨਾ ਆਪਣੇ ਇੱਥੋਂ ਸੇਫ ਚੋਂ ਲੈ ਕੇ ਗਈ, ਉਹਦੇ ਵਿੱਚ ਪੁੱਤਰ ਤੇਜ਼ਾਬ ਸੀ। ਉਹ ਇਹਨੇ ਕੱਪੜੇ ਵਲੇਟੇ ਉੱਤੇ ਲੈ ਗਈ, ਜਾਂਦਿਆਂ ਸਾਰੇ ਨੇ ਕਿਚਨ ਦੇ ਵਿੱਚ ਇਹਨੇ ਟੱਕ ਟੱਕ ਮੁੰਡੇ ਦੀ ਲੱਤ ਨੂੰ ਲਾਤੇ। ਜੇ ਪੁੱਤਰ ਸੜਦਾ ਨਾ ਪਾਣੀ ਨਾਲ ਬੱਚਾ ਜਾਂ ਦੁੱਧ ਨਾਲ ਸੜਦਾ, ਉਹ ਪੂਰੀ ਲੱਤ ਸੜਦੀ ਹੈ, ਪੂਰੀ ਲੱਤ ਤੇ ਰੁੜਦਾ ਨਾ। ਉਹਨੇ ਟੱਕ ਟੱਕ ਲਾਏ ਸੀ ਪੁੱਤਰ। ਬੱਚੇ ਨੂੰ, ਮਾਸੂਮ ਬੱਚੇ ਨੂੰ 2-3 ਮਹੀਨੇ ਦੇ ਨੂੰ ਕਿਉਂ ਸਾੜਨਾ ਚਾਹੁੰਦੀ ਸੀ? ਪੁੱਤਰ ਉਹ ਕਹਿੰਦੇ ਉਹ ਮੇਰਾ ਪੁੱਤਰ ਤਾਂ ਮਰਵਾਉਣਾ ਚਾਹੁੰਦੀ ਸੀ, ਉਹ ਮੇਰਾ ਪੁੱਤਰ ਮਰਵਾਉਣਾ ਚਾਹੁੰਦੀ ਸੀ ਕਿ ਮੇਰਾ ਪੁੱਤ ਆਪਣੇ ਪੋਤਰੇ ਦੇ ਆਰੇ ਲਾ ਕੇ ਤੇ ਮੈਂ ਇਹਨਾਂ ਦਾ ਪੁੱਤਰ ਖਤਮ ਕਰਾਂ। ਸਾਨੂੰ ਵਿਚਲੀ ਗੱਲ ਦਾ ਨਹੀਂ ਸੀ ਪਤਾ। ਉਹ ਬੜੀ ਚਾਕ ਔਰਤ ਹੈਗੀ ਏ, ਬਹੁਤ ਹੁਸ਼ਿਆਰ ਔਰਤ ਏ। ਜਦੋਂ ਤੁਹਾਨੂੰ ਮਾਂ ਜੀ ਪਤਾ ਲੱਗ ਗਿਆ ਸੀ ਕਿ ਕਿਸੇ ਦੇ ਨਾਲ ਗੱਲਾਂ ਕਰਦੀ ਸੀ ਤੇ ਤੁਸੀਂ ਉਦੋਂ ਛੱਡ ਦੇਣਾ ਚਾਹੀਦਾ ਸੀ ਉਹਨੂੰ। ਜਦੋਂ ਪਤਾ ਲੱਗਿਆ ਸੀ ਤੁਹਾਨੂੰ ਕਿ ਕਿਸੇ ਦੇ ਨਾਲ ਗੱਲਾਂ ਕਰਦੀ ਹੈ? ਪੁੱਤਰ ਅਸੀਂ ਤਾਂ ਵੇਖੇ, ਸਾਨੂੰ ਪਤਾ ਹੀ ਨਹੀਂ ਸੀ। ਰਾਤ ਦਾ ਟਾਈਮ 11 ਦਾ, ਇੱਥੇ ਮੈਂ ਲੇਟੀ ਆ ਨਾ, 2 ਮੁੰਡੇ ਆਏ ਨੇ ਜਵਾਨ ਮਾਸ਼ਾਅੱਲਾ ਆਏ ਨਾ, ਉਹਨਾਂ ਨੇ ਦਰਵਾਜ਼ਾ ਖਟਕਾਇਆ ਹੈ। ਮੈਂ ਕਿਹਾ ਐ ਨਾ ਉੱਠ ਜਾਣ, ਇਹਨਾਂ ਦੀ ਨੀਂਦ ਖਰਾਬ ਹੋ ਜਾਣੀ ਹੈ, ਕਿਉਂ ਅਜ਼ਾਨ ਦੇਣ ਜਾਂਦੇ ਨੇ ਮਸਜਿਦ ਤੇ ਇਹਨਾਂ ਦੀ ਨੀਂਦ। ਮੈਂ ਫਟਾਫਟ ਨਾ ਮੈਂ ਉੱਠੀ ਆ, ਉਹਨਾਂ ਨੇ ਬੜੀ ਜ਼ੋਰ ਦੀ ਦਰਵਾਜ਼ਾ ਖੜਕਾਇਆ। ਉੱਠੀ ਆ ਨਾ ਤੇ 2 ਲੜਕੇ ਨਾ ਖੜੇ ਨੇ। ਮੈਂ ਕਿਹਾ ਪੁੱਤਰ ਕੀ ਗੱਲ ਹੈ, ਕਿਹਨੂੰ ਮਿਲਣਾ ਹੈ? ਅਲੀ ਰਹਿੰਦਾ ਹੈ? ਮੈਂ ਕਿਹਾ ਨਹੀਂ ਪੁੱਤਰ, ਅਲੀ ਤੇ ਨਹੀਂ ਰਹਿੰਦਾ। ਦਰਵਾਜ਼ਾ ਖੜਕਾ ਕੇ ਪੁੱਛਦੇ ਨੇ? ਹਾਂ, ਸਾਡਾ ਦਰਵਾਜ਼ਾ ਖੜਕਾ ਕੇ ਰਾਤ 11 11:30 ਦਾ। ਉਹਨਾਂ ਨੂੰ ਇਹ ਪਤਾ ਸੀ ਕਿ ਸ਼ਾਇਦ ਮੁਕੱਦਸ ਹੀ ਆਏਗੀ? ਹਾਂ, ਉਹਨਾਂ ਨੂੰ ਇਹ ਪਤਾ ਸੀ ਕਿ ਨੀਂਦ ਦੀਆਂ ਗੋਲੀਆਂ ਤੇ ਮੈਂ ਇਹਨਾਂ ਨੂੰ ਖਵਾ ਕੇ ਸਵਾ ਦੇਣੀਆਂ। ਉਹਨਾਂ ਨੇ ਸ਼ਾਇਦ ਅੰਦਰ ਹੀ ਵਰਨਾ ਹੋਣਾ ਸੀ। ਤੁਹਾਨੂੰ ਨੀਂਦ ਦੀਆਂ ਗੋਲੀਆਂ ਖਵਾਉਂਦੇ ਸਾਨੂੰ ਸੀ? ਨੀਂਦ ਦੀਆਂ ਗੋਲੀਆਂ ਖਵਾ ਦਿੰਦੀ ਕਿਉਂ? ਸੀ। ਇਹਨਾਂ ਨੂੰ ਵੀ ਤੇ ਮੈਨੂੰ ਕਿ ਟਾਈਮੋ ਟਾਈਮ ਸੋ ਜਾਣ। ਨੀਂਦ ਦੀਆਂ ਗੋਲੀਆਂ ਖਵਾਉਣ ਦਾ ਮਕਸਦ ਕੀ ਸੀ ਉਹਦਾ? ਉਹ ਪੁੱਤਰ ਇਹ ਮਸਾ ਸੀ ਕਿ ਅਸੀਂ ਟਾਈਮ ਤੇ ਸੋ ਜਾਈਏ, ਇਹ ਜਿਹਨੂੰ ਮਰਜ਼ੀ ਵਾਰੇ ਤੇ ਜਿਹਨੂੰ ਮਰਜ਼ੀ ਕੱਢੇ। ਅੱਛਾ ਮਾਂ ਜੀ, ਹੁਣ ਦੋਨੇ ਭੈਣ ਭਰਾ ਜਿਹੜੇ ਹੈਗੇ ਨੇ ਉਹ ਗ੍ਰਿਫਤਾਰ ਤੇ ਹੋ ਗਏ ਨੇ, ਹਾਂਜੀ, ਹੁਣ ਕੀ ਉਹਨਾਂ ਨੂੰ ਸਜ਼ਾ ਹੋਣੀ ਉਹਨਾਂ ਚਾਹੀਦੀ? ਨੂੰ ਫਾਂਸੀ, ਤਿੰਨਾਂ ਨੂੰ ਫਾਂਸੀ ਦਵਾ ਦਿਓ, ਤਿੰਨਾਂ ਨੂੰ ਫਾਂਸੀ। ਤੀਸਰਾ ਕੌਣ ਹੈ? ਇੱਕ ਮੁਕੱਦਸ ਹੈ, ਇੱਕ ਉਹਦਾ ਭਰਾ, 2 ਭਰਾ ਉਹਦੇ, ਅੱਛਾ, ਇੱਕ ਉਹਦਾ ਜਿਹਨੇ ਮੇਰੇ ਪੁੱਤਰ ਨੂੰ ਫੇਰ ਮਾਰੇ ਨੇ। 3 ਲੱਖ ਰੁਪਈਆ ਇਹਨੇ ਪਹਿਲੇ ਸਾਡਾ ਚੋਰੀ ਕੀਤਾ। ਮੁਕੱਦਸ ਨੇ 3 ਲੱਖ ਚੋਰੀ ਕਰਕੇ ਇਹਨਾਂ ਮੇਰੇ ਪੁੱਤਰਾਂ ਨੇ ਦੋਵਾਂ ਨੇ ਜੋੜੇ, ਚਲੋ ਅਸੀਂ ਆਪਣੀ ਦੁਕਾਨ ਪਾ ਲਾਂਗੇ, ਦੁਕਾਨ ਪਾ ਲਾਂਗੇ। ਉਹਨੇ ਪਰਸ ਦੇ ਵਿੱਚ ਇੰਜ ਰੱਖੇ, ਆਪਣੇ ਛੋਟੇ ਭਰਾ ਨੂੰ ਫੜਾਉਂਦਾ ਰਿਹਾ ਕਿ ਤੂੰ ਫੜ ਤੇ ਇਹਦੇ ਰੱਖੀ ਜਾ ਭਰਾਵਾ, ਤੇ ਉਹਨੇ ਨਾ ਰੱਖੀ ਗਿਆ। ਜਦੋਂ ਕੰਮ ਤੋਂ ਆਉਂਦੇ ਸੀ ਇੱਥੇ ਫੜਾ ਦੇਣਾ ਸੀ, ਚੱਲ ਜਾ ਆਪਣੇ ਕਮਰੇ 'ਚ ਰੱਖ ਦੇ। ਉਹ 3 ਲੱਖ ਜਿਹੜਾ ਨਾ ਉਹਨੇ ਪਰਸ 'ਚ ਪਾਇਆ, ਪਰਸ 'ਚ ਪਾ ਕੇ ਤੇ ਉਹ ਸੋਫੇ ਦੇ ਥੱਲੇ ਵਾੜ ਦਿੰਦਾ ਰਿਹਾ, ਬੀਵੀ ਦੇ ਸਾਹਮਣੇ ਵਾੜਦਾ ਸੀ। ਉਹ 3 ਲੱਖ ਰੁਪਈਆ ਮਾਵਾਂ ਧੀਆਂ ਆਈਆਂ, ਇਹ 3 ਲੱਖ ਰੁਪਈਆ ਕੱਢ ਕੇ ਤੇ ਲੈ ਗਈਆਂ।